ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਰਾਜਾ ਜਨਕ ਜੀ। ਰਾਜਾ ਜਨਕ ਇੱਕ ਰਾਜਾ ਸੀ। ਉਸ ਦਾ ਰਾਜ ਮਿਥਿਲਾਪੁਰੀ ਵਿੱਚ ਸੀ। ਉਹ ਨੇਕ ਪੁਰਸ਼ ਸੀ, ਇਨਸਾਫ ਕਰਦਾ ਸੀ ਤੇ ਜੀਆਂ ਉੱਤੇ ਦਇਆ ਕਰਦਾ ਸੀ। ਉਹ ਸੀਤਾ ਜੀ ਦੇ ਪਿਤਾ ਜੀ ਸਨ। ਰਾਜਾ ਜਨਕ ਸਾਧੂ ਸੰਤਾਂ ਨੂੰ ਰੱਬ ਰੂਪ ਸਮਝਦੇ ਸੀ। ਉਹ ਪਰਮਾਤਮਾ ਦਾ ਭੈ ਕਰਨ ਵਾਲੇ ਤੇ ਚੰਗੇ ਇਨਸਾਨ ਸੀ। ਉਹ ਇੱਕ ਧਰਮੀ ਰਾਜਾ ਸੀ। ਉਸ ਦੇ ਕੋਲ ਸ਼ਿਵ ਧਨੁੱਖ ਸੀ। ਉਹ ਧਨੁੱਖ ਦੀ ਪੂਜਾ ਕਰਦਾ ਸੀ। ਆਏ ਗਏ ਸਾਧੂ ਸੰਤ ਨੂੰ ਪ੍ਰਸ਼ਾਦ ਛਕਾ ਕੇ ਆਪ ਭੋਜਨ ਕਰਦਾ ਸੀ। ਪਰ ਇੱਕ ਦਿਨ ਇੱਕ ਮਹਾਤਮਾ ਨੇ ਉਸ ਦੇ ਅੱਗੇ ਇੱਕ ਉਲਝਣ ਪੈਦਾ ਕਰ ਦਿੱਤੀ। ਉਹ ਪੁੱਛ ਬੈਠਾ, ਹੇ ਰਾਜਨ, ਆਪ ਨੇ ਗੁਰੂ ਕਿਸ ਨੂੰ ਧਾਰਨ ਕੀਤਾ ਹੈ? ਇਹ ਸੁਣ ਕੇ ਰਾਜਾ ਸੋਚੀ ਪੈ ਗਿਆ। ਉਸ ਨੇ ਵਿਚਾਰ ਕਰਕੇ ਉੱਤਰ ਦਿੱਤਾ, ਹੇ ਮਹਾਂਪੁਰਖ, ਮੈਨੂੰ ਯਾਦ ਹੈ ਕਿ ਮੈਂ ਅਜੇ ਤੱਕ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ ਹੈ। ਮੈਂ ਤਾਂ ਸ਼ਿਵ ਧਨੁੱਖ ਦੀ ਪੂਜਾ ਕਰਦਾ ਹਾਂ। ਤੁਸੀਂ ਗੁਰੂ ਧਾਰਨ ਕਰੋ, ਕਿਉਂਕਿ ਗੁਰੂ ਧਾਰਨ ਬਿਨਾਂ ਕਲਿਆਣ ਨਹੀਂ ਹੋ ਸਕਦੀ ਅਤੇ ਨਾ ਹੀ ਭਗਤੀ ਸਫਲ ਹੁੰਦੀ ਹੈ। ਆਪ ਧਰਮੀ ਤੇ ਦਇਆਵਾਨ ਮਸ਼ਹੂਰ ਹੋ। ਸਤ ਬਚਨ ਮਹਾਰਾਜ। ਰਾਜੇ ਜਨਕ ਨੇ ਉੱਤਰ ਦਿੱਤਾ ਤੇ ਆਪਣਾ ਗੁਰੂ ਧਾਰਨ ਕਰਨ ਲਈ ਉਸਨੇ ਮੰਤਰੀਆਂ ਨਾਲ ਸਲਾਹ ਕੀਤੀ। ਇਹ ਫੈਸਲਾ ਹੋਇਆ ਕਿ ਇੱਕ ਭਾਰੀ ਸਭਾ ਕੀਤੀ ਜਾਏ। ਉਸ ਸਭਾ ਵਿੱਚ ਸਾਰੇ ਰਿਖੀ ਮੁਨੀ, ਪੰਡਤ, ਵੇਦਾਚਾਰਿਆ ਸੱਦੇ ਜਾਣ। ਉਸ ਵਿੱਚੋਂ ਗੁਰੂ ਦੀ ਭਾਲ ਕੀਤੀ ਜਾਏ। ਸਭਾ ਸੱਦੀ ਗਈ। ਸਾਰੇ ਦੇਸ਼ ਵਿੱਚੋਂ ਸਿਆਣੇ ਪੰਡਤ, ਵਿਦਵਾਨ, ਵੇਦਾਚਾਰੀਆ ਆਏ। ਰਾਜੇ ਜਨਕ ਨੇ ਗੁਰੂ ਧਾਰਨ ਕਰਨਾ ਹੈ। ਰਾਜੇ ਦਾ ਗੁਰੂ ਹੋਣਾ ਇੱਕ ਮਹਾਨ ਉੱਚ ਪਦਵੀ ਸੀ। ਸਾਰੇ ਸੋਚਦੇ ਸਨ ਕਿ ਕਿਸ ਨੂੰ ਪ੍ਰਾਪਤ ਹੋਏ। ਹਰ ਕੋਈ ਪੂਰੀ ਤਿਆਰੀ ਕਰਕੇ ਆਇਆ ਸੀ। ਸਾਰੇ ਵਿਦਵਾਨ ਆ ਗਏ ਤਾਂ ਰਾਜੇ ਜਨਕ ਨੇ ਉੱਠ ਕੇ ਬੇਨਤੀ ਕੀਤੀ, ਹੇ ਵਿਦਵਾਨ ਤੇ ਬ੍ਰਾਹਮਣ ਜਨੋ, ਇਹ ਤਾਂ ਆਪ ਨੂੰ ਪਤਾ ਲੱਗ ਹੀ ਗਿਆ ਹੈ ਕਿ ਇਹ ਸਭਾ ਇਸ ਵਾਸਤੇ ਸੱਦੀ ਗਈ ਹੈ ਕਿ ਮੈਂ ਗੁਰੂ ਧਾਰਨ ਕਰਨਾ ਹੈ। ਪਰ ਮੇਰੀ ਇੱਕ ਸ਼ਰਤ ਹੈ। ਉਹ ਸ਼ਰਤ ਇਹ ਹੈ ਕਿ ਮੈਂ ਉਸ ਨੂੰ ਧਾਰਨ ਕਰਨਾ ਚਾਹੁੰਦਾ ਹਾਂ ਜਿਹੜਾ ਮੈਨੂੰ ਘੋੜੇ ਤੇ ਚੜਨ ਲੱਗਿਆਂ, ਰਕਾਬ ਉੱਤੇ ਪੈਰ ਰੱਖਣ ਤੇ ਕਾਠੀ ਤੇ ਬੈਠਣ ਤੋਂ ਪਹਿਲਾਂ ਗਿਆਨ ਕਰਾਏ, ਭਾਵ ਕੁਝ ਪਲਾਂ ਵਿੱਚ ਗਿਆਨ ਕਰਾ ਸਕੇ। ਤੁਸਾਂ ਸਾਰੇ ਵਿਦਵਾਨਾਂ, ਵੇਦਾਚਾਰਿਆਂ ਤੇ ਬ੍ਰਾਹਮਣਾਂ ਵਿੱਚ ਜੇ ਕਿਸੇ ਨੂੰ ਆਪਣੇ ਆਪ ਤੇ ਭਰੋਸਾ ਹੈ ਤਾਂ ਉਹ ਅੱਗੇ ਆਏ, ਚੰਦਨ ਦੀ ਚੌਂਕੀ ਉੱਤੇ ਬਿਰਾਜਮਾਨ ਹੋਏ। ਪਰ ਜੇ ਕੋਈ ਚੰਦਨ ਦੀ ਚੌਂਕੀ ਉੱਤੇ ਬੈਠ ਕੇ ਮੈਨੂੰ ਗਿਆਨ ਨਾ ਕਰ ਸਕਿਆ ਤਾਂ ਉਸ ਨੂੰ ਦੰਡ ਮਿਲੇਗਾ, ਕਿਉਂਕਿ ਸਭਾ ਵਿੱਚ ਉਸ ਤੇ ਆਮ ਲੋਕਾਂ ਨੇ ਹੱਸਣਾ ਹੈ ਤੇ ਮੇਰੀ ਵੀ ਹਾਸੀ ਉਡੇਗੀ। ਸੋ ਮੈਂ ਸਭ ਅੱਗੇ ਪ੍ਰਾਰਥਨਾ ਕਰਦਾ ਹਾਂ, ਐਸਾ ਬਲ ਬੁੱਧੀ ਵਾਲਾ ਯੋਗ ਸੱਜਣ ਜ਼ਰੂਰ ਅੱਗੇ ਆਏ। ਇਹ ਬੇਨਤੀ ਕਰਕੇ ਧਰਮੀ ਰਾਜਾ ਜਨਕ ਆਪਣੇ ਆਸਣ ਉੱਤੇ ਬੈਠ ਗਿਆ। ਸਾਰੇ ਵਿਦਵਾਨ ਤੇ ਬ੍ਰਾਹਮਣ ਰਾਜੇ ਦਾ ਅਨੋਖਾ ਐਲਾਨ ਸੁਣ ਕੇ ਇੱਕ ਦੂਸਰੇ ਵੱਲ ਤੱਕਣ ਲੱਗੇ। ਮਨਾਂ ਵਿੱਚ ਝਾਤੀਆਂ ਮਾਰਨ ਲੱਗੇ ਕਿ ਕਿਹੜਾ ਗਿਆਨ ਨੁਕਤਾ ਸੀ ਜਿਹੜਾ ਰਾਜੇ ਨੂੰ ਇੰਨੇ ਥੋੜੇ ਸਮੇਂ ਵਿੱਚ ਗਿਆਨ ਕਰਾ ਸਕਦਾ ਸੀ। ਸਭ ਦੇ ਦਿਲ ਦਿਮਾਗ ਵਿੱਚ ਇੱਕ ਸੰਗਰਾਮ ਆਰੰਭ ਹੋ ਗਿਆ। ਸਾਰੀ ਸਭਾ ਵਿੱਚ ਚੁੱਪ ਦਾ ਸੰਨਾਟਾ ਛਾ ਗਿਆ। ਰਾਜਾ ਜਨਕ ਦਾ ਗੁਰੂ ਬਣਨਾ, ਮਹਾਤਮਾ ਤੇ ਸਤਿਕਾਰ ਹਾਸਲ ਕਰਨਾ, ਸਭ ਸੋਚਦੇ ਰਹੇ, ਦੇਖਦੇ ਰਹੇ। ਚੰਦਨ ਦੀ ਚੌਂਕੀ ਵੱਲ ਕੋਈ ਨਾ ਹੋਇਆ। ਇਹ ਦੇਖ ਕੇ ਰਾਜੇ ਜਨਕ ਨੂੰ ਚਿੰਤਾ ਹੋਈ। ਉਹ ਸੋਚਣ ਲੱਗਾ ਕਿ ਉਸ ਦੇ ਰਾਜ ਵਿੱਚ ਐਸਾ ਕੋਈ ਵਿਦਵਾਨ ਨਹੀਂ। ਉਸਨੇ ਇੱਕ ਵਾਰ ਖੜੇ ਹੋ ਕੇ ਸਭਾ ਵਿੱਚ ਬੈਠੇ ਹੋਏ ਹਰ ਇੱਕ ਵਿਦਵਾਨ ਦੇ ਚਿਹਰੇ ਵੱਲ ਤੱਕਿਆ। ਕਿਸੇ ਨੇ ਅੱਖ ਨਾ ਮਿਲਾਈ। ਰਾਜਾ ਜਨਕ ਨਿਰਾਸ਼ ਹੋਇਆ। ਇੱਕ ਬ੍ਰਾਹਮਣ ਉੱਠਿਆ, ਉਸਦਾ ਨਾਮ ਅਸ਼ਟਾਵਕਰ ਸੀ। ਉਹ ਚੰਦਨ ਦੀ ਚੌਂਕੀ ਵੱਲ ਵਧਣ ਲੱਗਾ ਤਾਂ ਉਸਦਾ ਸਰੀਰਕ ਹੁਲੀਆ ਦੇਖ ਕੇ ਸਾਰੇ ਬ੍ਰਾਹਮਣ ਤੇ ਵਿਦਵਾਨ ਹੱਸ ਪਏ। ਰਾਜਾ ਵੀ ਕੁਝ ਸ਼ਰਮਿੰਦਾ ਹੋਇਆ। ਉਸ ਬ੍ਰਾਹਮਣ ਦੇ ਲੱਕ ਵਿੱਚ ਦੋ ਵੱਲ ਸਨ, ਇੱਕ ਅੱਗੇ ਨੂੰ, ਪੇਟ ਪਿੱਛੇ ਨੂੰ ਗਿਆ ਸੀ, ਭਾਵ ਕੁੱਬ ਪਿਆ ਸੀ। ਲੱਤਾਂ ਡਿੰਗੀਆਂ ਸਨ ਤੇ ਹੱਥਾਂ ਦਾ ਤਾਂ ਕੀ ਕਹਿਣਾ, ਇੱਕ ਪੰਜਾ ਹੈ ਨਹੀਂ ਸੀ ਤੇ ਦੂਜੇ ਪੰਜੇ ਦੀਆਂ ਉਂਗਲਾਂ ਜੁੜੀਆਂ ਸਨ। ਜ਼ੁਬਾਨ ਚੱਲਦੀ ਸੀ। ਅੱਖਾਂ ਤੇ ਚਿਹਰਾ ਬਹੁਤ ਖਰਾਬ ਨਹੀਂ ਸੀ। ਉਹ ਅੱਗੇ ਹੋਣ ਲੱਗਾ ਤਾਂ ਮੰਤਰੀ ਨੇ ਉਸ ਨੂੰ ਰੋਕਿਆ। ਉਸ ਨੇ ਕਿਹਾ, ਮੁੜ ਜਾ, ਸੋਚ ਲੈ। ਰਾਜੇ ਦੀ ਤਸੱਲੀ ਨਾ ਹੋਈ ਤਾਂ ਮੌਤ ਦਾ ਦੰਡ ਮਿਲੇਗਾ। ਇਹ ਕੋਈ ਮਖੌਲ ਨਹੀਂ, ਰਾਜੇ ਜਨਕ ਦੀ ਸਭਾ ਹੈ। ਅਸ਼ਟਾਵਕਰ ਬੋਲਿਆ, ਹੇ ਮੰਤਰੀ, ਇਹ ਗੱਲ ਤੁਸਾਂ ਨੂੰ ਆਖਣ ਦਾ ਇਸ ਵਾਸਤੇ ਹੌਸਲਾ ਪਿਆ ਹੈ ਕਿ ਮੈਂ ਸਰੀਰ ਕਰਕੇ ਕੋਝਾ ਹਾਂ। ਹੋ ਸਕਦਾ ਗਰੀਬ ਤੇ ਨਿਥਾਵਾਂ ਹੋਵਾਂ, ਪਰ ਆਪ ਦੇ ਮਨ ਵਿੱਚ ਇਹ ਵੀ ਭਰਮ ਆਇਆ ਹੋਵੇਗਾ ਕਿ ਸ਼ਾਇਦ ਮੈਂ ਲਾਲਚ ਕਰਕੇ ਅੱਗੇ ਵਧਣ ਲੱਗਾ ਹਾਂ। ਇਸ ਤੋਂ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਭਰੀ ਸਭਾ ਵਿੱਚ ਕੋਈ ਗਿਆਨੀ ਨਹੀਂ, ਕੋਈ ਰਾਜੇ ਦਾ ਗੁਰੂ ਬਣਨ ਦੀ ਸਮਰੱਥਾ ਨਹੀਂ ਰੱਖਦਾ।
ਤੈਸੇ ਆਪ ਵੀ ਅਗਿਆਨੀ ਹੋ। ਆਪ ਨੇ ਆਪਣੇ ਵਰਗੇ ਅਗਿਆਨੀ ਸੱਜਣਾ ਨੂੰ ਹੀ ਸੱਦਿਆ। ਪਰ ਮੈਂ ਸਾਰਿਆਂ ਨੂੰ ਪੁੱਛਦਾ ਹਾਂ ਕਿ ਕੀ ਗਿਆਨ ਦਾ ਸਬੰਧ ਆਤਮਾ ਤੇ ਦਿਮਾਗ ਨਾਲ ਹੈ ਜਾਂ ਕਿਸੇ ਦੇ ਸਰੀਰ ਨਾਲ? ਜੋ ਸੁੰਦਰ ਸਰੀਰਾਂ ਵਾਲੇ ਤਿਲਕਧਾਰੀ, ਉੱਚ ਕੁੱਲ, ਚੰਗੇ ਲਿਬਾਸ ਵਾਲੇ ਬੈਠੇ ਹਨ, ਉਹ ਅੱਗੇ ਕਿਉਂ ਨਹੀਂ ਆਏ? ਸਭ ਸੋਚੀ ਕਿਉਂ ਪਏ ਹਨ? ਮੇਰੇ ਸਰੀਰ ਵੱਲ ਦੇਖ ਕੇ ਹੱਸਦਿਆਂ ਸ਼ਰਮ ਨਹੀਂ ਆਉਂਦੀ ਕਿ ਸਰੀਰ ਈਸ਼ਵਰ ਦੀ ਮਾਇਆ ਰਚਿਤ ਹੈ। ਉਸਨੇ ਚੰਗਾ ਰਚਿਆ ਜਾਂ ਮਾੜਾ? ਜਿਨ੍ਹਾਂ ਨੂੰ ਤਨ ਅਭਿਮਾਨ ਹੈ, ਉਹਨਾਂ ਨੂੰ ਗਿਆਨ ਅਭਿਮਾਨ ਨਹੀਂ ਹੋ ਸਕਦਾ। ਅਸ਼ਟਾਵਕਰ ਗੁੱਸੇ ਨਾਲ ਬੋਲਿਆ। ਉਸ ਦੀਆਂ ਗੱਲਾਂ ਸੁਣ ਕੇ ਸਾਰੇ ਤਿਲਕਧਾਰੀ ਬ੍ਰਾਹਮਣ ਸ਼ਰਮਾ ਗਏ। ਉਹਨਾਂ ਨੂੰ ਆਪਣੇ ਭੁੱਲ ਉੱਤੇ ਪਛਤਾਵਾ ਲੱਗਾ। ਰਾਜਾ ਜਨਕ ਅੱਗੇ ਵਧਿਆ। ਉਸਨੇ ਹੱਥ ਜੋੜ ਕੇ ਆਖਿਆ, ਆਓ ਮਹਾਰਾਜ, ਆਪ ਨੂੰ ਜੇ ਆਪਣੇ ਆਪ ਤੇ ਭਰੋਸਾ ਹੈ ਤਾਂ ਠੀਕ ਹੈ, ਮੇਰੀ ਤਸੱਲੀ ਕਰਾ ਦੇਣੀ। ਅਸ਼ਟਾਵਕਰ ਚੰਦਨ ਦੀ ਚੌਂਕੀ ਉੱਤੇ ਬਿਰਾਜਮਾਨ ਹੋ ਗਿਆ। ਉਸ ਵੇਲੇ ਰਾਜੇ ਨੇ ਘੋੜਾ ਮੰਗਵਾਇਆ। ਉਹ ਘੋੜਾ ਮੰਗਵਾਇਆ ਜਿਹੜਾ ਹਵਾ ਨਾਲ ਗੱਲਾਂ ਕਰਨ ਵਾਲਾ ਸੀ। ਸਾਜ ਨਾਲ ਲਗਾਮ ਬਹੁਤ ਪੱਕੀ ਸੀ। ਅਸ਼ਟਾਵਕਰ ਨੇ ਘੋੜੇ ਵੱਲ ਤੱਕਿਆ, ਮੁੜ ਰਾਜੇ ਜਨਕ ਵੱਲ ਦੇਖ ਕੇ ਆਖਣ ਲੱਗਾ, ਹੇ ਰਾਜਨ, ਮੈਂ ਤੁਸਾਂ ਨੂੰ ਗਿਆਨ ਕਰਾਇਆ ਤਾਂ ਤੁਸਾਂ ਨੇ ਮੇਰੇ ਚੇਲੇ ਬਣ ਜਾਣਾ ਹੈ। ਰਾਜੇ ਜਨਕ ਨੇ ਉੱਤਰ ਦਿੱਤਾ, ਹਾਂ, ਇਹ ਤਾਂ ਜ਼ਰੂਰੀ ਗੱਲ ਹੈ। ਜਦੋਂ ਮੈਂ ਗੁਰੂ ਹੋ ਗਿਆ ਤੇ ਤੁਸੀਂ ਚੇਲੇ, ਤਾਂ ਜ਼ਰੂਰੀ ਹੈ ਕਿ ਮੈਨੂੰ ਦਖਣਾ ਮਿਲੇਗੀ। ਇਹ ਵੀ ਠੀਕ ਹੈ ਮਹਾਰਾਜ, ਆਪ ਨੂੰ ਦਖਣਾ ਮਿਲਣੀ ਚਾਹੀਏ, ਕਿਉਂਕਿ ਮੈਂ ਆਪ ਨੂੰ ਗਿਆਨ ਉਪਦੇਸ਼ ਉਸ ਵੇਲੇ ਦੇਣਾ ਹੈ ਜਦੋਂ ਆਪ ਨੇ ਰਕਾਬ ਉੱਤੇ ਪੈਰ ਰੱਖਣਾ ਹੈ। ਮੁੜ ਤੁਸਾਂ ਨੇ ਘੋੜੇ ਨਠਾ ਕੇ ਦੂਰ ਨਿਕਲ ਜਾਣਾ ਹੈ, ਇਸ ਲਈ ਦਖਣਾ ਪਹਿਲਾਂ ਦੇ ਦਿਓ, ਪਰ ਹੋਵੇ ਤਨ, ਮਨ, ਧਨ ਵਿੱਚੋਂ ਕਿਸੇ ਇੱਕ ਵਸਤੂ ਦੀ ਪਹਿਲਾਂ ਦਖਣਾ ਮਿਲਣੀ ਚਾਹੀਏ। ਰਾਜਾ ਜਨਕ ਸੋਚੀ ਪੈ ਗਿਆ ਕਿ ਗੱਲ ਤਾਂ ਠੀਕ ਹੈ, ਦਖਣਾ ਤਾਂ ਪਹਿਲਾਂ ਦੇਣੀ ਪਵੇਗੀ, ਪਰ ਕਿਸ ਵਸਤੂ ਦੀ? ਤਨ, ਮਨ ਤੇ ਧਨ, ਤਿੰਨਾਂ ਦਾ ਸੰਬੰਧ ਜੀਵਨ ਨਾਲ ਹੈ। ਜੇ ਇੱਕ ਚੀਜ਼ ਵੀ ਘਟ ਜਾਏ ਤਾਂ ਨੁਕਸਾਨ ਹੁੰਦਾ ਹੈ, ਜੀਵਨ ਸੁੱਖ ਨਹੀਂ ਰਹਿੰਦੇ। ਇਹ ਅਨੋਖਾ ਰਿਸ਼ੀ ਹੈ, ਇਸ ਦੀਆਂ ਗੱਲਾਂ ਅਨੋਖੀਆਂ ਹਨ। ਰਾਜਾ ਸੋਚਦਾ ਰਿਹਾ, ਪਰ ਉਸਨੂੰ ਕੋਈ ਗੱਲ ਨਾ ਔੜੀ। ਉਹ ਫੈਸਲਾ ਨਾ ਕਰ ਸਕਿਆ। ਮਹਾਰਾਜ, ਮੈਨੂੰ ਰਾਜ ਭਵਨ ਵਿੱਚ ਜਾਣ ਦੀ ਆਗਿਆ ਬਖਸ਼ੀ ਜਾਏ। ਮੈਂ ਮੁੜ ਆ ਕੇ ਆਪ ਨੂੰ ਅਰਜ਼ ਕਰਾਂਗਾ ਕਿ ਦਖਣਾ ਕਿਸ ਵਸਤੂ ਦੀ ਦੇ ਸਕਦਾ ਹਾਂ। ਆਪ ਜਾ ਸਕਦੇ ਹੋ। ਅਸ਼ਟਾਵਕਰ ਨੇ ਆਗਿਆ ਦੇ ਦਿੱਤੀ। ਇਹ ਸੁਣ ਕੇ ਸਾਰੀ ਸਭਾ ਵਿੱਚ ਸੰਨਾਟਾ ਛਾ ਗਿਆ। ਸਾਰੇ ਵਿਦਵਾਨ ਸੋਚੀ ਪੈ ਗਏ ਕਿ ਕਰੂਪ ਬ੍ਰਾਹਮਣ ਜ਼ਰੂਰ ਗੁਣੀ ਹੈ। ਰਾਜਾ ਜਨਕ ਰਾਜ ਭਵਨ ਵੱਲ ਚਲਿਆ ਗਿਆ ਤੇ ਅਸ਼ਟਾਵਕਰ ਚੰਦਨ ਦੀ ਚੌਂਕੀ ਉੱਤੇ ਬਿਰਾਜ ਗਿਆ। ਉਸ ਦੀ ਪੂਜਾ ਹੋਣ ਲੱਗੀ, ਜਿਵੇਂ ਕਿ ਗੁਰੂ ਧਾਰਨ ਕਰਨ ਤੋਂ ਪਹਿਲਾਂ ਗੁਰੂ ਪੂਜਾ ਕਰਨੀ ਪੈਂਦੀ ਸੀ। ਰਾਜਾ ਜਨਕ ਨੇ ਕਿਹਾ, ਜਿਸ ਨੂੰ ਮੈਂ ਗੁਰੂ ਧਾਰਨ ਕਰਨ ਲੱਗਾ ਹਾਂ, ਉਹ ਤਿੰਨਾਂ ਤਨ, ਮਨ, ਧਨ ਵਿੱਚੋਂ ਕਿਸੇ ਇੱਕ ਨੂੰ ਦਖਣਾ ਵਿੱਚ ਮੰਗਦਾ ਹੈ। ਦੱਸੋ ਕੀ ਦਿਆਂ, ਕਿਉਂਕਿ ਤੁਸੀਂ ਦੁੱਖ ਸੁੱਖ ਦੇ ਭਾਈਵਾਲ ਹੋ। ਰਾਣੀ ਸੁਣ ਕੇ ਸੋਚੀ ਪੈ ਗਈ। ਕੁਝ ਚਿਰ ਸੋਚ ਕੇ ਉਸਨੇ ਕਿਹਾ, ਹੇ ਰਾਜਨ, ਜੇ ਧਨ ਦਾਨ ਕੀਤਾ ਤਾਂ ਦੁੱਖ ਹੋਏਗਾ, ਗਰੀਬੀ ਆਏਗੀ। ਜੇ ਤਨ ਦਾਨ ਕੀਤਾ, ਕਸ਼ਟ ਉਠਾਉਣਾ ਪਵੇਗਾ। ਚੰਗਾ ਹੈ ਕਿ ਆਪ ਦਖਣਾ ਵਿੱਚ ਮਨ ਦੇ ਦਿਓ। ਮਨ ਦੇਣ ਨਾਲ ਕੋਈ ਐਸਾ ਕਸ਼ਟ ਨਹੀਂ ਹੋਣ ਲੱਗਾ। ਰਾਜਾ ਜਨਕ ਸੋਚਣ ਲੱਗਾ ਕਿ ਰਾਣੀ ਨੇ ਜੋ ਸਲਾਹ ਦਿੱਤੀ ਹੈ ਉਹ ਠੀਕ ਹੈ ਜਾਂ ਨਹੀਂ, ਪਰ ਸੋਚ ਕੇ ਉਹ ਵੀ ਇਸ ਸਿੱਟੇ ਤੇ ਪੁੱਜਾ ਕਿ ਸਭਾ ਵਿੱਚ ਆ ਕੇ ਉਸਨੇ ਹੱਥ ਜੋੜ ਕੇ ਅਸ਼ਟਾਵਕਰ ਨੂੰ ਆਖਿਆ, ਮੈਂ ਗੁਰੂ ਦੀਖਿਆ ਵਿੱਚ ਮਨ ਅਰਪਣ ਕਰਦਾ ਹਾਂ। ਹੁਣ ਤੋਂ ਮੇਰੇ ਮਨ ਤੇ ਆਪ ਦਾ ਅਧਿਕਾਰ ਹੋਇਆ। ਚਲੋ ਠੀਕ ਹੈ, ਹੁਣ ਤੁਸੀਂ ਘੋੜੇ ਤੇ ਚੜ੍ਹਨ ਦੀ ਤਿਆਰੀ ਕਰੋ। ਮਨ ਮੇਰਾ ਹੈ ਤੇ ਮੇਰੇ ਆਖੇ ਲੱਗੇਗਾ। ਅਸ਼ਟਾਵਕਰ ਨੇ ਆਗਿਆ ਦਿੱਤੀ। ਸਭਾ ਵਿੱਚ ਬੈਠੇ ਸਭ ਹੈਰਾਨ ਹੋ ਗਏ ਕਿ ਰਾਜਾ ਜਨਕ ਦਾ ਗੁਰੂ ਬਣਨ ਲੱਗਾ ਹੈ। ਕੈਸੇ ਕਰੂਪ ਬੰਦੇ ਦੇ ਭਾਗ ਜਾਗ ਪਏ। ਰਾਜਾ ਘੋੜੇ ਉੱਤੇ ਚੜ੍ਹਨ ਲੱਗਾ ਕਿ ਅਜੇ ਰਕਾਬ ਵਿੱਚ ਪੈਰ ਰੱਖਿਆ ਹੀ ਸੀ ਕਿ ਅਸ਼ਟਾਵਕਰ ਬੋਲਿਆ, ਰਾਜਨ, ਮੇਰੇ ਮਨ ਦੀ ਇੱਛਾ ਨਹੀਂ ਕਿ ਘੋੜੇ ਉੱਤੇ ਚੜ੍ਹੇ। ਰਾਜੇ ਨੇ ਉਸੇ ਵੇਲੇ ਰਕਾਬ ਤੋਂ ਪੈਰ ਚੁੱਕ ਕੇ ਧਰਤੀ ਤੇ ਰੱਖ ਦਿੱਤਾ। ਅਸ਼ਟਾਵਕਰ ਉਸ ਵੱਲ ਵੇਖਣ ਲੱਗ ਪਿਆ। ਘੋੜੇ ਉੱਤੇ ਚੜ੍ਹਨ ਦੀ ਉਸਦੇ ਮਨ ਦੀ ਇੱਛਾ ਦੂਰ ਹੋ ਗਈ। ਉਸ ਵੇਲੇ ਅਸ਼ਟਾਵਕਰ ਨੇ ਦੂਸਰੀ ਵਾਰ ਆਖਿਆ, ਮੇਰਾ ਮਨ ਚਾਹੁੰਦਾ ਹੈ ਕਿ ਉਦਾਲੇ ਦਾ ਲਿਬਾਸ ਉਤਾਰ ਦਿੱਤਾ ਜਾਏ। ਰਾਜਾ ਜਨਕ ਉਸੇ ਵੇਲੇ ਲੀੜੇ ਲਾਹੁਣ ਲੱਗਾ ਤਾਂ ਉਸਨੂੰ ਗਿਆਨ ਹੋਇਆ। ਉਹ ਮਨ ਉੱਤੇ ਕਾਬੂ ਪਾਉਣਾ, ਮਨ ਪਿੱਛੇ ਆਪ ਨਾ ਲੱਗਣਾ ਹੀ ਸੁੱਖਾਂ ਦਾ ਗਿਆਨ ਹੈ। ਮਨ ਭਟਕਦਾ ਰਹਿੰਦਾ ਹੈ। ਉਸਨੇ ਉਸੇ ਵੇਲੇ ਅਸ਼ਟਾਵਕਰ ਦੇ ਚਰਨਾਂ ਉੱਤੇ ਮੱਥਾ ਟੇਕ ਦਿੱਤਾ ਤੇ ਆਖਿਆ, ਤੁਸੀਂ ਮੇਰੇ ਗੁਰੂ ਹੋ। ਉਸੇ ਵੇਲੇ ਖੁਸ਼ੀ ਦੇ ਮੰਗਲਾਚਰਨ ਹੋਣ ਲੱਗ ਪਏ। ਯੱਗ ਸ਼ੁਰੂ ਹੋ ਗਿਆ। ਵੱਡੇ ਵੱਡੇ ਬ੍ਰਾਹਮਣਾਂ ਨੂੰ ਅਸ਼ਟਾਵਕਰ ਦੇ ਚਰਨੀ ਲੱਗਣਾ ਪਿਆ। ਰਾਜਾ ਜਨਕ ਬਾਰੇ ਭਾਈ ਗੁਰਦਾਸ ਜੀ ਨੇ ਉਚਾਰਿਆ ਹੈ।
ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੌ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ। ਰਾਜਾ ਜਨਕ ਵੱਡਾ ਪ੍ਰਤਾਪੀ ਹੋਇਆ, ਜਿਹੜਾ ਮਾਇਆ ਵਿੱਚ ਉਦਾਸ ਸੀ। ਗੁਰੂ ਧਾਰਨ ਕਰਨ ਪਿੱਛੋਂ ਉਸਨੇ ਬਹੁਤ ਭਗਤੀ ਕੀਤੀ। ਮਨ ਨੂੰ ਐਸਾ ਬਣਾ ਲਿਆ ਕਿ ਮਾਇਆ ਦਾ ਕੋਈ ਵੀ ਅੰਗ ਉਸ ਉੱਤੇ ਅਸਰ ਨਹੀਂ ਸੀ ਕਰ ਸਕਦਾ। ਮੋਹ ਮਾਇਆ, ਲਾਲਚ, ਹੰਕਾਰ ਤੇ ਵਾਸ਼ਨਾ, ਕਾਮ ਦਾ ਜੋਸ਼ ਵੀ ਉਸਦੇ ਮਨ ਦੀ ਇੱਛਾ ਅਨੁਸਾਰ ਹੋ ਗਿਆ। ਉਹ ਰਾਜਾ ਭਗਤ ਬਣ ਗਿਆ। ਵੱਡੇ ਪ੍ਰਤਾਪੀ ਰਾਜੇ ਜਨਕ ਦੀ ਕਥਾ ਬਹੁਤ ਵੱਡੀ ਹੈ। ਜੇ ਪੂਰਾ ਬਿਆਨ ਕਰਨ ਲੱਗੀਏ ਤਾਂ ਗ੍ਰੰਥਾਂ ਦੇ ਗ੍ਰੰਥ ਬਣਦੇ ਤੁਰੇ ਜਾਣ। ਭਗਤ ਦੀਆਂ ਕਥਾਵਾਂ ਨਾ ਮੁੱਕਣ। ਆਪ ਦਾ ਅੰਤ ਕਾਲ ਆ ਗਿਆ। ਪੰਜ ਭੂਤਕ ਸਰੀਰ ਨੂੰ ਛੱਡ ਕੇ ਅਗਲੀ ਦੁਨੀਆ ਵੱਲ ਜਾਣਾ ਸੀ। ਸਰੀਰ ਨੂੰ ਜਿਉਂ ਹੀ ਆਤਮਾ ਨੇ ਛੱਡਿਆ ਤਾਂ ਕੁਦਰਤ ਵੱਲੋਂ ਆਪੇ ਹੀ ਬੇਅੰਤ ਅਣਡਿੱਠ ਸੰਖ ਵੱਜਣ ਲੱਗ ਪਏ। ਨਰਸਿੰਘ ਬੋਲੇ, ਮੰਗਲਾਚਾਰ ਦੀਆਂ ਧੁਨੀਆਂ ਉਤਪੰਨ ਹੋਈਆਂ। ਆਖਦੇ ਹਨ ਦੇਵਤੇ ਅਤੇ ਗੰਧਰਵ ਆਏ, ਅਪਸਰਾਂ ਆਈਆਂ, ਭਗਤ ਜਨ ਤੇ ਨੇਕ ਰੂਹਾਂ ਦੇ ਦਲ ਸਵਾਗਤ ਕਰਨ ਲਈ ਆਏ। ਆਖਦੇ ਹਨ ਜਨਕ ਨੇ ਜੋ ਭਗਤੀ ਦਾ ਦਿਖਾਵਾ ਕੀਤਾ ਸੀ ਉਹ ਵਾਹਿਗੁਰੂ ਦੇ ਦਰ ਉਤੇ ਹਉਮੈ ਲਿਖਿਆ ਗਿਆ। ਜਦੋਂ ਦੇਵਤੇ ਲੈਣ ਆਏ ਤਾਂ ਵਾਹਿਗੁਰੂ ਨੇ ਹੁਕਮ ਦਿੱਤਾ, ਹੇ ਦੇਵਤਿਓ, ਰਾਜੇ ਜਨਕ ਨੂੰ ਨਰਕਾਂ ਵਾਲੇ ਰਾਸਤੇ ਦੇਵਪੁਰੀ ਲਿਆਉਣਾ, ਕਿਉਂਕਿ ਉਸ ਦੇ ਥੋੜੇ ਹਉਮੈ ਦਾ ਫਲ ਉਸ ਨੂੰ ਜ਼ਰੂਰ ਮਿਲੇ। ਇਨਸਾਫ ਹੁੰਦਾ ਹੈ, ਇੱਥੇ ਬੇਇਨਸਾਫੀ ਨਹੀਂ ਹੋ ਸਕਦੀ। ਬਸ ਇੰਨਾ ਹੀ ਕਾਫੀ ਹੈ। ਉਸਦਾ ਫੁੱਲਾਂ ਵਾਲਾ ਵਿਬਾਨ ਉੱਥੋਂ ਦੀ ਆਏ। ਜਿਵੇਂ ਵਾਹਿਗੁਰੂ ਦਾ ਹੁਕਮ ਸੀ ਤਿਵੇਂ ਸਭ ਨੇ ਮੰਨਣਾ ਸੀ। ਦੇਵਤਿਆਂ ਨੇ ਰਾਜੇ ਜਨਕ ਦਾ ਜਲੂਸ ਨਰਕਾਂ ਵੱਲ ਮੋੜ ਲਿਆ। ਨਰਕ ਆਇਆ। ਨਰਕ ਵਿੱਚ ਹਾਹਾਕਾਰ ਮਚੀ ਹੋਈ ਸੀ। ਜੀਵ ਪਾਪ ਤੇ ਕੁਕਰਮਾਂ ਦਾ ਫਲ ਭੋਗ ਰਹੇ ਸਨ। ਕੋਈ ਅੱਗ ਵਿੱਚ ਸੜ ਰਿਹਾ ਸੀ, ਕੋਈ ਪੁੱਠਾ ਟੰਗਿਆ ਸੀ ਤੇ ਹੇਠਾਂ ਅੱਗ ਬਲਦੀ ਸੀ। ਕਈਆਂ ਰੂਹਾਂ ਨੂੰ ਤੇਲ ਦੇ ਕੜਾਹਿਆਂ ਵਿੱਚ ਤਲਿਆ ਜਾ ਰਿਹਾ ਸੀ। ਤਿਲਾਂ ਵਾਂਗ ਕੋਲੂ ਵਿੱਚ ਪੀੜੇ ਜਾ ਰਹੇ ਸਨ। ਵੱਡੀ ਹੈਰਾਨੀ ਦੀ ਗੱਲ ਇਹ ਸੀ, ਨਾ ਉਹ ਮਰਦੇ ਸਨ ਤੇ ਨਾ ਜਿਉਂਦੇ ਸਨ। ਰੂਹਾਂ ਦੁੱਖਾਂ ਨੂੰ ਝੱਲਦੀਆਂ ਹੋਈਆਂ ਵਿਲਲਾਉਂਦੀਆਂ ਸਨ। ਉਹ ਤਰਲੇ ਕਰਦੇ ਸਨ। ਨਰਕਾਂ ਵੱਲ ਦੇਖ ਕੇ ਰਾਜੇ ਜਨਕ ਨੇ ਪੁੱਛਿਆ, ਇਹ ਕਿਹੜੀ ਥਾਂ ਹੈ? ਨਰਕ ਦੇ ਰਾਖੇ ਜਮਦੂਤ ਨੇ ਕਿਹਾ, ਮਹਾਰਾਜ, ਇਹ ਨਰਕ ਹਨ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਸੰਸਾਰ ਉੱਤੇ ਚੰਗੇ ਕਰਮ ਨਹੀਂ ਕਰਦੇ ਹਨ। ਉਹ ਹੁਣ ਦੁੱਖ ਪਾ ਰਹੇ ਹਨ। ਰਾਜੇ ਜਨਕ ਨੇ ਕਿਹਾ, ਇਹਨਾਂ ਨੂੰ ਹੁਣ ਛੱਡ ਦੇਣਾ ਚਾਹੀਦਾ ਹੈ। ਬਹੁਤ ਦੁੱਖ ਉਠਾ ਲਿਆ, ਦੇਖੋ ਕਿਵੇਂ ਤਰਲੇ ਪਾ ਰਹੇ ਹਨ। ਜਮ ਬੋਲੇ, ਪਰਮਾਤਮਾ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਹਾਂ, ਜੇ ਕੋਈ ਪੁੰਨ ਫਲ ਦੇਵੇ ਤਾਂ ਇਹਨਾਂ ਦੀ ਵੀ ਬੰਦ ਖਲਾਸੀ ਹੋ ਸਕਦੀ ਹੈ। ਰਾਜੇ ਜਨਕ ਨੂੰ ਤਰਸ ਆ ਗਿਆ। ਉਸਨੇ ਕਿਹਾ, ਮੇਰੇ ਇੱਕ ਘੜੀ ਸਿਮਰਨ ਦਾ ਫਲ ਲੈ ਕੇ ਇਹਨਾਂ ਨੂੰ ਛੱਡ ਦਿਓ। ਜਮਾਂ ਨੇ ਤੱਕੜ ਮੰਗਵਾਇਆ। ਇੱਕ ਪਾਸੇ ਰਾਜੇ ਜਨਕ ਦੇ ਸਿਮਰਨ ਦਾ ਫਲ ਰੱਖਿਆ ਤੇ ਦੂਜੇ ਪਾਸੇ ਨਰਕੀ ਰੂਹਾਂ ਬਿਠਾਈਆਂ। ਹੌਲੀ ਹੌਲੀ ਕਰਕੇ ਸਾਰੀਆਂ ਨਰਕੀ ਰੂਹਾਂ ਛਾਬੇ ਤੇ ਚੜ ਗਈਆਂ। ਨਰਕ ਖਾਲੀ ਹੋ ਗਿਆ। ਰੂਹਾਂ ਰਾਜੇ ਜਨਕ ਨਾਲ ਹੀ ਸਵਰਗਾਂ ਵੱਲ ਤੁਰ ਪਈਆਂ। ਬੜੇ ਪ੍ਰਤਾਪ ਤੇ ਸ਼ਾਨ ਨਾਲ ਰਾਜਾ ਜਨਕ ਵਾਹਿਗੁਰੂ ਦੇ ਦਰਬਾਰ ਤੇ ਉਸਦੇ ਦੇਵ ਲੋਕ ਵਿੱਚ ਪੁੱਜਾ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪ ਜੀ ਦੇ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।